ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ। ਗ੍ਰਹਿਆਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ, ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ ਗ੍ਰਹਿ ਆਪਾਂ ਨੂੰ। ਇਹਨਾਂ ਦਾ ਪ੍ਰਭਾਵ ਬਹੁਤ ਅਨੂਠਾ ਹੈ, ਇਹਨਾਂ ਦੀ ਸ਼ਾਨ ਬਹੁਤ ਅਨੂਠੀ ਹੈ। ਜਦੋਂ ਜਦੋਂ ਅਸਮਾਨ ਦੇ ਵਿੱਚ ਅਸਤ ਹੋ ਜਾਂਦੇ, ਵਕਰੀ ਹੋ ਜਾਂਦੇ, ਸਿੱਧੇ ਚੱਲਣ ਲੱਗ ਪੈਂਦੇ, ਇਸੇ ਤਰ੍ਹਾਂ ਹੀ ਇਹ ਇਨਸਾਨ ਦੀ ਜ਼ਿੰਦਗੀ ਨੂੰ ਪੁੱਠਾ ਸਿੱਧਾ ਤੇ ਉਲਟਾ ਕਰਦੇ ਰਹਿੰਦੇ। ਆਪਾਂ ਨੂੰ ਧਿਆਨ ਕੀ ਰੱਖਣਾ ਹੈ ਕਿ ਆਪਣੀ ਜਨਮ ਕੁੰਡਲੀ ਵਿੱਚ ਪਏ ਗ੍ਰਹਿਾਂ ਦਾ ਮੇਲ ਜੋਲ ਅਸਮਾਨੀ ਤਾਰਿਆਂ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਆਪਾਂ ਆਪਣੀ ਜਨਮ ਕੁੰਡਲੀ ਵਿੱਚ ਪਏ ਉੱਚ ਦੇ ਗ੍ਰਹਿਾਂ ਨੂੰ ਤੱਕੀ ਜਾਂਦੇ ਹਾਂ, ਸਭ ਗ੍ਰਹੀ ਗ੍ਰਹਿਾਂ ਨੂੰ ਤੱਕੀ ਜਾਂਦੇ ਹਾਂ। ਆਪਾਂ ਆਪਣੀ ਜਨਮ ਕੁੰਡਲੀ 'ਚ ਪਏ ਪੰਜ ਗ੍ਰਹੀ ਯੋਗ ਨੂੰ ਤੱਕੀ ਜਾਂਦੇ ਹਾਂ। ਆਪਾਂ ਸਿੰਘਾਸਨ ਯੋਗ ਨੂੰ ਤੱਕੀ ਜਾਂਦੇ ਹਾਂ। ਆਪਾਂ ਬ੍ਰਹਮ ਯੋਗ ਨੂੰ ਤੱਕੀ ਜਾਂਦੇ ਹਾਂ, ਬ੍ਰਹਮੰਡ ਵੱਲ ਤੱਕੀ ਜਾਂਦੇ ਹਾਂ। ਜ਼ਰੂਰੀ ਹੈ, ਪਰ ਅਸਮਾਨੀ ਤਾਰਿਆਂ ਵੱਲ ਤੱਕਣਾ ਅਹਿਮ ਜ਼ਰੂਰੀ ਹੈ। ਅਹਿਮ ਜ਼ਰੂਰੀ ਹੈ ਅਸਮਾਨੀ ਤਾਰਿਆਂ ਵੱਲ ਤੱਕਣਾ। ਅਸਮਾਨੀ ਤਾਰੇ ਇਨਸਾਨ ਦੇ ਜੀਵਨ ਦੇ ਵਿੱਚ ਅਸਮਾਨੀ ਸੁੰਦਰਤਾ ਲਿਆ ਦਿੰਦੇ। ਕਈ ਵਾਰ ਤੁਸੀਂ ਹੁਣੇ ਤਾਂ ਵੇਖਿਆ ਹੈ, ਜਿਨ੍ਹਾਂ ਦੇ ਅਸਮਾਨੀ ਤਾਰੇ ਚੰਗੇ ਹਨ ਜਾਂ ਚੰਗੇ ਸੀ, ਉਹਨਾਂ ਨੂੰ ਬਹੁਤ ਮਹੱਤਤਾ ਮਿਲ ਗਈ। ਉਹਨਾਂ ਤੇ ਈਸ਼ਵਰ ਦੀ ਕਿਰਪਾ ਦੀ ਬਰਸਾਤ ਹੋ ਗਈ। ਦੁਨੀਆ ਨੇ ਵੇਖਿਆ ਹੈ, ਚਮਤਕਾਰ ਹੋ ਗਿਆ। ਵੇਖਦੇ ਰਹੋ, ਵੇਖਦੇ ਰਹੋ, ਵੇਖਦੇ ਰਹੋ। ਮੈਂ ਇਸੇ ਕਰਕੇ ਆਖਦਾ ਹਾਂ, ਅਸਮਾਨੀ ਤਾਰਿਆਂ ਵੱਲ ਵੇਖਦੇ ਰਹੋ। ਕਿ ਉਹ ਜਗਬੁਝ ਤਾਂ ਨਹੀਂ ਰਹੇ, ਕਿ ਉਹ ਸੌਂ ਤਾਂ ਨਹੀਂ ਗਏ, ਕਿ ਉਹ ਉਲਟੇ ਚੱਕਰ ਤਾਂ ਨਹੀਂ ਕੱਢਣ ਲੱਗ ਪਏ, ਕਿ ਉਹ ਕਿਸੇ ਦੁਸ਼ਮਣ ਦੇ ਨਾਲ ਤਾਂ ਨਹੀਂ ਜਾ ਬੈਠੇ। ਉਸ ਗੱਲ ਨੂੰ ਵੇਖਣਾ ਹੈ। ਮੈਂ ਬੁੱਧ ਗ੍ਰਹਿ ਦੀ ਗੱਲ ਕਰਦਾ ਆ ਰਿਹਾ ਸੀ। ਬੁੱਧ ਅਸਤ ਹੋ ਗਏ। 15 ਅਪ੍ਰੈਲ ਨੂੰ ਜਾ ਕੇ ਉਹਨਾਂ ਨੇ ਉਦੇ ਹੋਣਾ ਹੈ, ਤੇ ਹੁਣ ਪਰਸੋਂ 24 ਤਰੀਕ ਨੂੰ ਉਹਨਾਂ ਨੇ ਰਾਸ਼ੀ ਪਰਿਵਰਤਨ ਕਰ ਲੈਣਾ ਹੈ। ਅਸਤ ਅਵਸਥਾ ਵਿੱਚ ਹੀ, ਅੱਖਾਂ ਨੂੰ ਮੂੰਦੇ ਹੀ ਉਹਨਾਂ ਨੇ ਆਪਣਾ ਘਰ ਬਦਲ ਲੈਣਾ ਹੈ। ਨੀਚ ਰਾਸ਼ੀ ਵਿੱਚ ਪ੍ਰਵੇਸ਼ ਹੋ ਜਾਣਾ ਹੈ। ਮੇਰੀ ਗੱਲ ਨੂੰ ਸਮਝਣ ਤੇ ਸਵੀਕਾਰ ਕਰਨ ਦਾ ਪ੍ਰਯਾਸ ਕਰਿਓ। ਮੈਂ ਕਹਿਣਾ ਕੀ ਚਾਹੁੰਦਾ ਹਾਂ, ਨੀਚ ਅਵਸਥਾ ਦੇ ਵਿੱਚ ਚਲੇ ਜਾਣਾ ਉਸਨੇ। ਇਹ ਨੀਚ ਅਵਸਥਾ 8 ਅਪ੍ਰੈਲ ਤੱਕ ਰਹੇਗੀ। ਬੁੱਧ ਦੀ ਨੀਚ ਅਵਸਥਾ ਪੀੜਾ ਦਾ ਕਾਰਕ ਬਣਦੀ ਹੈ। ਕਿਵੇਂ ਬਣਦੀ ਹੈ? ਉਹ ਜਿੱਥੇ ਗ੍ਰਹਿ ਬੈਠਦਾ ਹੈ, ਆਪਾਂ ਇਹੀ ਨਹੀਂ ਤੱਕਣਾ ਕਿ ਉਹ ਨੀਚ ਹੋ ਗਿਆ।
ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਵਿਸ਼ੇਸ਼ ਦੱਸਣਾ ਚਾਹਾਂਗਾ, ਜਦੋਂ ਕੋਈ ਗ੍ਰਹਿ ਨੀਚ ਅਵਸਥਾ ਜਾਂਦਾ ਹੈ ਉੱਥੇ ਥੋੜੀ ਪੀੜ ਦੇਣ ਦਾ ਪ੍ਰਯਾਸ ਕਰਦਾ ਹੈ, ਪਰ ਜਿਸ ਜਗ੍ਹਾ ਨੂੰ ਉਹ ਤੱਕਦਾ ਹੈ, ਜਿਵੇਂ ਬੁੱਧ 7ਵੀਂ ਨਿਗਾਹ ਦੇ ਨਾਲ ਆਪਣੀ ਉੱਚ ਰਾਸ਼ੀ ਨੂੰ ਤੱਕਣਗੇ, ਬਾਹਰ ਲਿਆ ਦੇਣਗੇ ਤੁਹਾਡੀ ਜ਼ਿੰਦਗੀ ਵਿੱਚ, ਜਿੱਥੇ ਜਿੱਥੇ ਤੁਹਾਡਾ ਜਨਮ ਕੁੰਡਲੀ ਮੁਤਾਬਕ ਗ੍ਰਹਿ ਦਾ ਸਤੋਤਰ ਹੋਵੇਗਾ। ਮੈਂ ਮਿਥੁਨ ਲਗਨ ਤੇ ਕੰਨਿਆ ਲਗਨ ਵਾਲਿਆਂ ਦੀ ਗੱਲ ਕਰ ਰਿਹਾ ਸੀ ਪਹਿਲਾਂ। ਅੱਜ ਵੀ ਵਿਸ਼ੇਸ਼ ਤੌਰ ਤੇ ਪਰਸੋਂ ਤੋਂ ਮਿਥੁਨ ਲਗਨ ਤੇ ਕੰਨਿਆ ਲਗਨ ਦੇ ਸੱਜਣ ਹੀ ਜ਼ਿਆਦਾ ਪ੍ਰਭਾਵਿਤ ਹੋਣਗੇ। ਹਰ ਲਗਨ ਦਾ ਸੱਜਣ ਪ੍ਰਭਾਵਿਤ ਹੋਵੇਗਾ, ਉਹ ਗੱਲ ਵੀ ਮੈਂ ਤੁਹਾਨੂੰ ਨਾਲੋਂ ਨਾਲ ਦੱਸਾਂਗਾ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ, ਮਿਥੁਨ ਲਗਨ ਦੇ ਸੱਜਣੋਂ, ਧਿਆਨ ਰੱਖਣ ਦੀ ਲੋੜ ਹੈ। ਧਿਆਨ ਰੱਖਣ ਦੀ ਲੋੜ ਹੈ। ਕੀ ਲੋੜ ਹੈ? ਕਿਉਂਕਿ ਤੁਹਾਡੇ ਕਰਮ ਸਥਾਨ ਦੇ ਵਿੱਚ ਇਹ ਬੁੱਧ ਨੀਚ ਅਵਸਥਾ ਵਿੱਚ ਚਲੇ ਜਾਣਗੇ। ਜੇ ਤੁਸੀਂ ਉੱਚ ਅਧਿਕਾਰੀ ਹੋ, ਫੈਸਲੇ ਦਿੰਦੇ ਹੋ, ਜੱਜ ਸਾਹਿਬਾਨ ਹੋ, ਕਿਤੇ ਬਹੁਤ ਵੱਡੇ ਐਡਮਿਨਿਸਟ੍ਰੇਟਰ ਹੋ, ਮਿਥੁਨ ਲਗਨ ਦੇ ਸੱਜਣੋਂ, ਜਲਦਬਾਜ਼ੀ 'ਚ ਕੋਈ ਫੈਸਲਾ ਨਾ ਦਿਓ। 8 ਅਪ੍ਰੈਲ ਤੱਕ ਦੇ ਦਿੱਤੇ ਹੋਏ ਇਹ ਫੈਸਲੇ ਸਾਰੇ ਹੀ ਰੱਦ ਹੋ ਸਕਦੇ ਹਨ। ਮੁਖਾਲਫਤ ਹੋ ਸਕਦੀ ਹੈ, ਤੁਹਾਡੀ ਪੀੜਾਂ ਆ ਸਕਦੀਆਂ ਹਨ, ਕਲਮ ਗਲਤ ਚੱਲ ਸਕਦੀ ਹੈ। ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਆਖਣੀ ਚਾਹਾਂਗਾ, ਇੱਥੇ ਹੀ ਬੈਠ ਕੇ ਨੀਚ ਗ੍ਰਹਿ ਤੁਹਾਡੇ ਸੁਖ ਸ਼ਾਂਤੀ ਆਨੰਦ ਦੇ ਘਰ ਨੂੰ ਤੱਕੇਗਾ। ਬੁੱਧ ਦੀ ਉੱਚ ਰਾਸ਼ੀ ਹੈ ਉਹ। ਇਸ ਨੇ ਤੁਹਾਨੂੰ ਪ੍ਰਾਪਰਟੀ ਨਾਲ ਰਿਲੇਟਡ ਸਹੀ ਫੈਸਲੇ ਦੇਣ ਦਾ ਇੱਕ ਅਧਿਕਾਰ ਦੇ ਦੇਣਾ ਹੈ। ਇਸ ਨੇ ਤੁਹਾਡੇ ਘਰ ਵਿੱਚ ਰੌਣਕਾਂ ਲਾ ਦੇਣੀਆਂ ਹੈ। ਇਸ ਨੇ ਤੁਹਾਡੇ ਸਾਰੇ ਗੱਲ ਜਿਹੜੀ ਕੇਸਾਂ ਨਾਲ, ਕੋਈ ਕੋਰਟ ਕੇਸ ਨਾਲ, ਕੋਈ ਪ੍ਰਾਪਰਟੀ ਨਾਲ ਸੰਬੰਧਿਤ ਹੋਵੇ, ਉਸ ਨੂੰ ਸੁਲਝਾ ਦੇਣਾ ਇਸ ਨੇ। ਕਿਉਂਕਿ ਜਦੋਂ ਵੀ ਬੁੱਧ ਨੀਚ ਰਾਸ਼ੀ ਵਿੱਚ ਹੁੰਦਾ ਹੈ, ਉਹ ਆਪਣੀ ਉੱਚ ਰਾਸ਼ੀ ਨੂੰ ਤੱਕਦੇ ਹੋਏ ਇੱਕ ਅਜਿਹੀ ਤਾਕਤਵਰ ਬੁੱਧੀ ਦੀ ਵਰਤੋਂ ਕਰਦਾ ਹੈ, ਜਿਹੜੀ ਵਰਤੋਂ ਕਰਨ ਦੇ ਨਾਲ ਕੋਈ ਜਵਾਬ ਹੀ ਨਾ ਦੇ ਸਕੇ। ਇੰਨਾ ਸੋਹਣਾ ਲੇਖ ਨਹੀਂ ਲਿਖ ਦਿੰਦਾ ਇਹ। ਮਿਥੁਨ ਲਗਨ ਦੇ ਸੱਜਣਾ ਨੂੰ ਮੈਂ ਸੁਨੇਹਾ ਦੇ ਰਿਹਾ ਸੀ। ਸੁਨੇਹਾ ਤਾਂ ਮੈਂ ਇਸ ਨੀਚ ਅਵਸਥਾ ਦਾ ਹਰ ਇੱਕ ਨੂੰ ਦੇਣਾ ਚਾਹਾਂਗਾ, ਪਰ ਜਿਨ੍ਹਾਂ ਦਾ ਰੂਲਿੰਗ ਪਲੈਨਟ ਬੁੱਧ ਹੈ, ਉਹਨਾਂ ਨੂੰ ਕਿੱਥੇ ਝਾਤੀ ਰੱਖਣੀ ਚਾਹੀਦੀ ਹੈ। ਉਹਨਾਂ ਨੂੰ ਅਹਿਮ ਫੈਸਲੇ ਲੈਣ ਤੋਂ ਪਹਿਲਾਂ ਕਿੱਥੇ ਵੇਖਣਾ ਚਾਹੀਦਾ ਹੈ, ਉਹ ਗ੍ਰਹਿ ਕਿੱਥੇ ਪਿਆ ਹੈ। ਉਸ ਦਾਇਰੇ ਵਿੱਚ ਜਿੰਨੀਆਂ ਗੱਲਾਂ ਆਉਂਦੀਆਂ ਹਨ, ਉਸ ਤੇ ਨਿਗਾਹ ਰੱਖਣੀ ਅਹਿਮ ਜ਼ਰੂਰੀ ਹੈ। ਤੇ ਆਪਾਂ ਜਲਦੀ ਸਾਰਾ ਕੁਝ ਕਰ ਦਿੰਦੇ ਹਾਂ, ਫਿਰ ਉਲਝ ਜਾਂਦੇ ਹਾਂ। ਤੁਹਾਨੂੰ ਪਤਾ ਹੈ, ਆਪਾਂ ਉਲਝਣਾ ਨਹੀਂ ਹੈ। ਅਭਿਮਨਿਊ ਚੱਕਰਵਿਊਹ ਦੇ ਵਿੱਚ ਜਾਣਾ ਤਾਂ ਜਾਣਦਾ ਸੀ, ਪਰ ਨਿਕਲਣਾ ਨਹੀਂ, ਉਲਝ ਗਿਆ। ਆਪਾਂ ਆਪਣੇ ਆਪ ਨੂੰ ਇਸ ਜ਼ਿੰਦਗੀ ਦੇ ਵਿੱਚ ਉਲਝਾਣਾ ਨਹੀਂ ਹੈ। ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਹਨ। ਇਸ ਲਈ ਖਾਸ ਤੌਰ ਤੇ ਮਿਥੁਨ ਲਗਨ ਦੇ ਸੱਜਣੋਂ, ਜੇ ਤੁਸੀਂ ਸਿੰਘਾਸਨ ਕਰਤਾ ਹੋ, ਉੱਚ ਅਧਿਕਾਰੀ ਹੋ, ਫੈਸਲਾ ਕਰਤਾ ਹੋ, ਬਹੁਤ ਸੋਚ ਸਮਝ ਕੇ ਕਲਮ ਨੂੰ ਚਲਾਉਣਾ ਹੈ। ਦੂਜੀ ਗੱਲ ਕੀ ਹੈ? ਕਲਮ ਸਹੀ ਚੱਲੇ, ਤੁਸੀਂ ਹਰੀ ਇੰਕ ਦੀ ਵਰਤੋਂ ਕਰਨੀ ਹੈ ਇਹਨਾਂ ਦਿਨਾਂ ਦੇ ਵਿੱਚ। 8 ਅਪ੍ਰੈਲ ਤੱਕ 8 ਅਪ੍ਰੈਲ ਤੱਕ ਤੁਸੀਂ ਹਰੀ ਇੰਕ ਦੀ ਵਰਤੋਂ ਕਰੋ। ਖਾਸ ਤੌਰ ਤੇ ਕਿਸਾਨ ਭਰਾ, ਮਿਥੁਨ ਲਗਨ ਦੇ ਕਾਰਕ, 8 ਅਪ੍ਰੈਲ ਤੱਕ ਦਾ ਇਹ ਸਮਾਂ ਬਹੁਤ ਸੋਹਣਾ ਜਾਣ ਵਾਲਾ ਹੈ। ਤੁਹਾਡੀ ਫਸਲ ਤੁਹਾਡੇ ਖੇਤਾਂ ਵਿੱਚ ਖੂਬ ਝੂਮੇਗੀ, ਬਹੁਤ ਫਲਦਾਈ ਹੋਵੇਗੀ ਉਹ।
ਪਰਮ ਸੁਖਕਾਰੀ ਬਣਾ ਦੇਵੇਗੀ ਤੁਹਾਨੂੰ। ਤੁਹਾਡੀ ਧਰਤੀ ਸੋਨਾ ਉਗਲੇਗੀ। ਅਟਲ ਵਿਸ਼ਵਾਸ ਮੇਰਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਤੌਰ ਤੇ ਗੁਰੂ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ ਕਰਨ ਵਾਲੇ ਗੁਰੂ, ਅਧਿਆਤਮ ਦੇ ਰਾਜਾ, ਧਰਮ ਦੇ ਕਾਰਕ, ਈਸ਼ਵਰ ਦੀ ਸਮੀਪਤੀ ਦੇ ਕਾਰਕ, ਇਸ ਵਰੇ ਦਾ ਪਿਤਾੰਬਰੀ ਚੋਲਾ ਪਹਿਨ ਕੇ ਤੁਹਾਡੀ ਜ਼ਿੰਦਗੀ ਵਿੱਚ ਆਏ ਹਨ। ਪਰਮ ਸੁਖਕਾਰੀ ਬਣਾਉਣਾ ਹੈ ਇਹਨਾਂ ਨੇ ਤੁਹਾਨੂੰ। ਓਮ ਨਮੋ ਭਗਵਤੇ ਵਾਸੁਦੇਵਾਏ ਨਮः, ਇਸ ਮੰਤਰ ਦਾ ਜਾਪ ਕਰਿਓ, ਪਰਮ ਸੁਖਕਾਰੀ ਹੋ ਜਾਵੋਗੇ। ਲੌਕਿਕ ਚੀਜ਼ਾਂ ਦੇ ਵੱਲ ਆਸਕਤੀ ਜਦੋਂ ਤੱਕ ਆਪਣੀ ਬਣੀ ਰਹੇਗੀ, ਜਦੋਂ ਤੱਕ ਆਪਾਂ ਈਸ਼ਵਰ ਦੇ ਦਰਸ਼ਨ ਨਹੀਂ ਕਰ ਸਕਾਂਗੇ, ਉਸ ਦੀ ਕਿਰਪਾ ਦਾ ਸਾਇਆ ਆਪਣੇ ਤੇ ਨਹੀਂ ਆਵੇਗਾ। ਜਦੋਂ ਉਸ ਤੋਂ ਵਿਮੁਕਤੀ ਹੋਈ, ਉਸ ਦੀ ਕਿਰਪਾ ਦੀ ਬਰਸਾਤ ਦੇ ਵਿੱਚ ਤੁਸੀਂ ਖੁਦ ਨਹਾਉਂਦੇ ਨਜ਼ਰ ਆਵੋਗੇ, ਪਰਮ ਸੁਖਕਾਰੀ ਹੋ ਜਾਵੋਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣੋ, ਹਰ ਪਕਸ਼ ਤੋਂ ਇੱਕ ਚੰਗਾ ਨਤੀਜਾ ਮਿਲਣ ਵਾਲਾ ਹੈ। ਬ੍ਰਿਖ ਰਾਸ਼ੀ ਦੇ ਸੱਜਣਾਂ ਨੂੰ ਵਿਸ਼ੇਸ਼ ਕਿਰਪਾ ਦੇ ਕਾਰਕ ਹੋਣ ਦਾ ਮੌਕਾ ਮਿਲੇਗਾ। ਮਿਥੁਨ ਰਾਸ਼ੀ ਦੇ ਸੱਜਣੋਂ, ਛੋਟੀ ਜਿਹੀ ਯਾਤਰਾ ਕਰੋਗੇ। ਕਰਕ ਰਾਸ਼ੀ ਦੇ ਸੱਜਣਾਂ ਨੂੰ ਅੱਜ ਚਲ ਅਚਲ ਸੰਪत्ति ਵਿੱਚ ਲਾਭ ਦੇ ਸਤੋਤਰ ਜੁਟਣਗੇ। ਸਿੰਘ ਰਾਸ਼ੀ ਦੇ ਸੱਜਣੋਂ, ਕੋਈ ਸੱਟ ਪੇਟ ਲੱਗ ਸਕਦੀ। ਕੰਨਿਆ ਰਾਸ਼ੀ ਦੇ ਸੱਜਣੋਂ, ਤੁਸੀਂ ਚੈਸ ਦੀ ਬਾਜੀ ਵਾਂਗ ਫੀਲਾ ਸਿਪਾਹੀ ਤੋਂ ਹਾਰ ਸਕਦਾ ਹੈ। ਤੁਲਾ ਰਾਸ਼ੀ ਦੇ ਸੱਜਣ, ਕਾਰਕ ਅਵਸਥਾ ਦੇ ਕਾਰਕ, ਉੱਚਤਾ ਦਾ ਸੁਨੇਹਾ ਮਿਲੇਗਾ। ਵ੍ਰਿਸ਼ਚਿਕ ਰਾਸ਼ੀ ਦੇ ਸੱਜਣਾਂ ਨੂੰ ਪੀੜਾਂ ਘੇਰ ਸਕਦੀਆਂ। ਧਨੁ ਰਾਸ਼ੀ ਦੇ ਸੱਜਣੋਂ, ਮਿੱਤਰਾਂ ਤੇ ਭਰੋਸਾ ਨਾ ਕਰਿਓ, ਧੋਖਾ ਦੇ ਸਕਦੇ। ਮਕਰ ਰਾਸ਼ੀ ਦੇ ਸੱਜਣੋਂ, ਵਪਾਰਿਕ ਸਥਲ ਤੇ ਗ੍ਰਾਹਕਾਂ ਦੀ ਭੀੜ। ਕੁੰਭ ਰਾਸ਼ੀ ਦੇ ਸੱਜਣ, ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਤੇ ਮੀਨ ਰਾਸ਼ੀ ਦੇ ਸੱਜਣਾਂ ਨੂੰ ਵਿਸ਼ੇਸ਼ ਕਿਰਪਾ ਦੇ ਕਾਰਕ ਹੋਣ ਦਾ ਮੌਕਾ ਮਿਲੇਗਾ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।